रचनावी टीवी के नाम से आप सब वाकिफ़ होंगे। ये हमारे मुल्क का एक बहुत ही जाना पहचाना और फ़नी चैनल है। तो उसके जो मेन रोल अदा करते हैं, मेरे साथ बैठे हैं मेरे तो आज हम इनसे इंशाल्लाह इंटरव्यू करेंगे। अच्छा रमज़ी भाई पहले ਤੁਹਾਡੇ ਤੋਂ ਆਗਾਜ਼ ਕਰਦੇ ਹਾਂ। ਤੁਸੀਂ ਕਦੋਂ ਸਫ਼ਰ ਦਾ ਆਗਾਜ਼ ਕੀਤਾ? ਸਫ਼ਰ ਦਾ ਆਗਾਜ਼ ਕੁਛ ਇੰਝ ਕੀਤਾ ਕਿ ਵੀ ਦੋ ਮੇਰੇ ਕੋਲ ਸੂਟ ਆ, ਉਹ ਮੈਂ ਬੈਗ 'ਚ ਪਾਏ ਨੇ ਰਕਸ਼ੇ ਤੇ ਬਹਿ ਗਏ ਤੇ ਇੱਥੇ ਪੜਿਆ। ਪਹਿਲਾਂ ਮੈਂ ਜੰਮਿਆ ਅੱਛਾ ਕਿਸੇ ਸਭ ਤੋਂ ਪਹਿਲਾਂ ਤਾਂ ਇਹ ਕੰਮ ਆਪਾਂ ਕੀਤਾ ਕਿਉਂ ਜੀ, ਜਿਹੜਾ ਮੇਨ ਹੈ। ਪਹਿਲਾਂ ਮੈਂ ਆ ਜੰਮਿਆ, ਫਿਰ ਥੋੜਾ ਵੱਡਾ ਹੁੰਦਾ ਗਿਆ ਤੇ ਜਿਵੇਂ ਜਿਵੇਂ ਮੈਂ ਵੱਡਾ ਹੁੰਦਾ ਗਿਆ ਉਵੇਂ ਉਵੇਂ ਜਿਹੜਾ ਹੈ ਨਾ ਮੇਰੇ ਅੰਦਰ ਕੋਈ ਜਰਾਸੀਮ ਆ ਉਹ ਵੀ ਵੱਡੇ ਹੁੰਦੇ ਗਏ। ਸਹੀ। ਉਹ ਫਿਰ ਜਰਾਸੀਮ ਜਿਹੜੇ ਹਨ ਮੇਰੇ, ਉਹਨਾਂ ਨੇ ਮੈਨੂੰ ਨਾ ਟਿਕਣ ਨਹੀਂ ਦਿੱਤਾ। ਉਹ ਮਜਬੂਰ ਕਰਦੇ ਰਹੇ ਕਿ ਵੀ ਤੂੰ ਜਿਹੜਾ ਹੈ ਕੋਈ ਐਸਾ ਕੰਮ ਕਰ, ਕੋਈ ਲੋਕਾਂ ਨੂੰ ਹਸਾਉਣ ਵਾਲਾ ਕੰਮ ਕਰ ਆਦਿ ਸ਼ਕਲ ਦੇ ਹਿਸਾਬ ਨਾਲ। ਮੈਂ ਫਿਰ ਸਟੇਜ ਡਰਾਮਿਆਂ ਵਿੱਚ ਵੀ ਲਾਹੌਰ ਸਾਡੇ ਉਸਤਾਦ ਮੋਹਤਰਮ ਜਨਾਬ ਸਾਜਿਦ ਖਾਨ ਸਾਹਿਬ ਹਨ, ਸੁਹੇਲ ਅਹਿਮਦ ਸਾਹਿਬ ਮੇਰੇ ਦਾਦਾ ਉਸਤਾਦ, ਉਹਨਾਂ ਦੇ ਕੋਲ ਉਹਨਾਂ ਦੀ ਖਿਦਮਤ ਕੀਤੀ ਜੀ। ਫਿਰ ਉਸ ਤੋਂ ਬਾਅਦ ਇੱਥੇ ਮੈਂ ਘਰ ਆ ਗਿਆ ਤੇ ਘਰੇ ਰਮਣ ਲੱਗ ਪਿਆ, ਛੋੜ ਦਿੱਤਾ ਫੀਲਡ ਨੂੰ। ਐਵੇਂ ਪਤਾ ਨਹੀਂ ਕੋਈ ਘਰੇਲੂ ਮਜਬੂਰੀ ਆਈ ਜੀ। ਫਿਰ ਮਲਕ ਸਾਹਿਬ ਸਾਡੇ ਜਿਹੜੇ ਚੈਨਲ ਦੇ ਓਨਰ ਵੀ ਹਨ, ਸਾਡੇ ਡਾਇਰੈਕਟਰ ਵੀ ਹਨ, ਸਾਡੇ ਉਸਤਾਦ ਵੀ ਹਨ, ਮਲਿਕ ਮਹਿਬੂਬ ਸਾਹਿਬ ਜੀ। ਉਹਨਾਂ ਨੇ ਜਨਾਬ ਮੈਨੂੰ ਫੜਿਆ, ਉਹਨਾਂ ਆਖਿਆ ਜੀ ਆਪਾਂ ਚੈਨਲ ਬਣਾਈਏ ਜੀ। ਅਸੀਂ ਫਿਰ ਰਚਨਾਵੀ ਟੀਵੀ ਨਾਂ ਤੋਂ ਚੈਨਲ ਸਟਾਰਟ ਕੀਤਾ ਜੀ। ਅੱਲਾਹ ਪਾਕ ਨੇ ਮਿਹਰਬਾਨੀ ਕੀਤੀ ਔਰ ਤਮਾਮ ਜਿਹੜੇ ਸਾਡੇ ਵੇਖਣ ਵਾਲੇ ਵੀਵਰਸ ਹਨ ਉਹਨਾਂ ਨੇ ਸਾਡੇ ਨਾਲ ਮੁਹੱਬਤ ਕੀਤੀ ਔਰ ਸਾਡਾ ਐਸਾ ਇਸਤਕਬਾਲ ਕੀਤਾ ਉਹਨਾਂ ਨੇ YouTube ਤੇ ਕਿ ਮਾਸ਼ਾਅੱਲਾ ਹੁਣ ਇਸ ਟਾਈਮ ਅੱਲਾਹ ਪਾਕ ਦੀ ਬੜੀ ਮਿਹਰਬਾਨੀ ਹੈ। ਇਹ ਨਹੀਂ ਕਿ ਅਸੀਂ ਕਿਸੇ ਹਾਈਟ ਦੀ ਪੀਕ ਤੇ ਪਹੁੰਚ ਚੁੱਕੇ ਹਾਂ, ਹਾਲੇ ਤੱਕ ਸਾਡਾ ਸਫ਼ਰ ਜਾਰੀ ਹੈ ਜੀ। ਹਾਲੇ ਅਸੀਂ ਸਿੱਖਦੇ ਵੀ ਪਏ ਹਾਂ, ਨਾਲ ਕੁਛ ਕੰਮ ਕਰਦੇ ਵੀ ਪਏ ਹਾਂ ਤੇ ਆਸਤਾ ਇਹ ਸਫ਼ਰ ਸਾਡਾ ਜਿਹੜਾ ਨਾ ਜਾਰੀ ਉਹ ਸਾਰੀ ਹੈ। ਤੇ ਨਾਲ ਸਾਡੇ ਭੂਤਣਾ ਵੀ ਹੈ ਇਸੇ ਪਾਸੇ, ਤੇ ਭੂਤਣੇ ਨੂੰ ਨਾਲ ਸਫ਼ਰ ਦੇ ਵਿੱਚ ਲੈ ਲਿਆ ਵੀ ਚੰਗਾ ਹੁੰਦਾ, ਬੰਦਾ ਇਕੱਲਾ ਸਹੀ ਨਹੀਂ ਹੁੰਦਾ, ਇੱਕ ਅੱਧਾ ਬੰਦਾ ਸਿਆਣਾ ਨਾਲ ਹੋਣਾ ਚਾਹੀਦਾ ਹੈ। ਪਹਿਲੇ ਮੈਂ ਆਪ ਸਿਆਣਾ ਸੀ, ਹੁਣ ਭੂਤਣਾ ਵੀ ਅਨ ਕਰੀਬ ਸਿਆਣਾ ਹੋਣਾ। ਜੀ ਭੂਤਣਾ ਜੀ, ਤੁਹਾਡਾ ਇਹ ਨਾਮ ਰਚਨਾਵੀ ਟੀਵੀ ਵਾਲੇ ਨੇ ਰੱਖਿਆ ਹੈ ਜਾਂ ਐਕਚੁਅਲ ਨਾਮ ਤੁਹਾਡਾ ਕੀ ਹੈ? ਨਹੀਂ ਸਰ ਜੀ, ਮੇਰਾ ਸਿੱਧਾ ਨਾਮ ਤਾਂ ਹੈ ਮੁਹੰਮਦ ਇਕਰਾਮ ਜੀ, ਤੇ ਮੇਰੇ ਉਸਤਾਦ ਦੇ ਮੋਹਤਰਮ ਹਾਜੀ ਮਨਜ਼ੂਰ ਸਨ ਕਿਰਲੂ ਸਾਹਿਬ, ਅੱਲਾਹ ਪਾਕ ਉਹਨਾਂ ਨੂੰ ਵਫਾਤ ਪਾ ਗਏ। ਅੱਛਾ, ਤੇ ਤੁਹਾਨੂੰ ਵੀ ਛੋਟੀ ਜਿਹੀ ਰਿਕੁਐਸਟ ਹੈ ਵੀ ਉਹਦੇ ਹੱਕ ਕੇ ਦੁਆ ਕਰੋ, ਅੱਲਾਹ ਪਾਕ ਉਹਨਾਂ ਨੂੰ ਜੰਨਤ ਕਰ ਦੇਵੇ। ਇਹਨਾਂ ਦਾ ਡਾਇਰੈਕਟਰ ਆ ਬਤਾ ਹੈ ਹਾਂਜੀ, ਨਹੀਂ ਮੋੜ ਵੀ ਅੱਲਾਹ ਪਾਕ ਕਿਸੇ ਦੀ ਵੀ ਸੁਣ ਸਕਦਾ ਹਾਂਜੀ, ਤਾਂ ਮੈਂ ਆਦਾ ਪਿਆ। ਤੇ ਬਾਕੀ ਇਹ ਜਿਹੜਾ ਮੇਰਾ ਇਹ ਨਾਮ ਭੂਤਣਾ ਹੈ ਜੀ ਨਾ, ਇਹ ਮੇਰੇ ਉਸਤਾਦ ਦੇ ਮੋਹਤਰਮ ਉਸਤਾਦ ਕਿਰਲੂ ਸਾਹਿਬ ਰੱਖਿਆ। ਕਿਰਲੂ ਸਾਹਿਬ ਔਰ ਨਾਮ ਵੀ ਉਹਨਾਂ ਨੇ ਸੋਹਣਾ ਰੱਖਿਆ, ਤਬੀਅਤ ਦੇ ਮੁਤਾਬਕ ਨਾਂ ਰੱਖਿਆ ਜੀ। ਕਿ ਉਸ ਤੋਂ ਬਾਅਦ ਜੀ ਜਿਵੇਂ ਰਮਜ਼ੀ ਭਾਈ ਗੱਲ ਸੁਣਾ ਰਹੇ ਹਨ, ਮੈਨੂੰ ਵੀ ਨਾ ਬਚਪਨ ਤੋਂ ਬੜਾ ਸ਼ੌਕ ਹੈ। ਮੈਂ ਸ਼ੁਰੂ ਤੋਂ ਚਬਾੜਾ ਯਾਨੀ ਕਿ ਬਾਤ ਤਮੀਜ਼ ਆ, ਲਾਂਤੀ ਕਿਸਮ ਦਾ ਇਨਸਾਨ, ਤੇ ਬਸ ਮੁੜ ਤੋਂ ਸ਼ੌਕ ਲੱਗਦਾ ਜਦੋਂ ਬੰਦੇ ਨੂੰ ਸ਼ੌਕ ਹੋਵੇ ਨਾ ਅੱਲਾਹ ਪਾਕ ਉਹਨੂੰ ਕੋਈ ਵਸੀਲਾ ਬਣਾ ਦਿੰਦਾ। ਇਵੇਂ ਗੱਲ ਜੀ। ਬਸ ਮੈਂ ਮੁੜ ਅਬਦੁਲ ਹਕੀਮ ਅਲ ਮੂੰਹ ਕਰ ਲਿਆ, ਉਹ ਤੋਂ ਸਾਕਿਰਲੂ ਸਾਹਿਬ ਦਾ ਸ਼ਾਗਿਰਦ ਹੋ ਗਿਆ। ਤੇ ਫਿਰ ਉਸਤਾਦ ਮੈਨੂੰ ਆਖਿਆ ਬੇਟਾ ਤੂੰ ਮੇਰੀ ਖਿਦਮਤ ਬੜੀ ਕੀਤੀ ਹੈ। ਮੈਂ ਮੁੜ ਅਬਦੁਲ ਹਕੀਮ ਅਲ ਮੂੰਹ ਕਰ ਲਿਆ ਤੇ ਸਾਕਿਰਲੂ ਸਾਹਿਬ ਦੀ ਮੈਂ ਖੈਰ ਖਿਦਮਤ ਬੜੀ ਕੀਤੀ ਹੈ। ਉਸ ਮੈਨੇ ਗੱਲ ਕੀਤੀ, ਉਸੇ ਕਾ ਪੁੱਤਰ ਮੈਂ ਤੈਨੂੰ ਕੋਈ ਨਾ ਦੁਨੀਆ ਤੇ ਜਿੰਦਿਆਂ ਦੇ ਕੇ ਜਾ। ਮੈਂ ਕਿਹਾ ਉਸਤਾਦ ਜੀ ਅੱਲਾਹ ਪਾਕ ਤੁਹਾਡੀ ਲੰਮੀ ਜ਼ਿੰਦਗੀ ਕਰੇ, ਸਾਡੀ ਤਾਂ ਦੁਆ ਹੀ ਹੈ। ਮੁੜ ਜਿਹੜੇ ਸਾਡੇ ਉਸਤਾਦ ਦੇ ਮੋਹਤਰਮ ਹੈ ਇਸ ਟਾਈਮ ਮਲਕ ਮਹਿਬੂਬ ਸਾਹਿਬ ਜੀ, ਉਹਨਾਂ ਨਾਲ ਨਾ ਬੜੀ ਉਹਨਾਂ ਦੀ ਨਾ ਯਾਰੀ ਹੈ, ਢੇਰ ਜਰਾਨਾ ਹੈ, ਲੰਗੋਟੀਏ ਯਾਰ ਹਨ, ਖੁੱਲੀ ਗਾਪ ਸ਼ਾਪ। ਮੈਨੂੰ ਨਾ ਚਾਹ ਬੜਾ ਹੈ, ਮੈਂ ਉਸਤਾਦ ਜੀ ਮੈਨੂੰ ਕਿਸੇ ਤਰੀਕੇ ਰਚਨਾ ਵੀ ਤੇ ਗਲਾ, ਮੇਰੇ ਤੇ ਡਾਇਰੈਕਟਰ ਵਕਫੀਅਤ ਕੋਈ ਨਹੀਂ ਜੀ। ਉਸਤਾਦ ਆਖਿਆ ਚਲੋ ਪੁੱਤਰ ਮੈਂ ਨਾ ਗੱਲ ਕਰਨਾ, ਜਿਹੜਾ ਚੈਨਲ ਦਾ ਮਾਲਕ ਹੈ ਨਾ ਉਹ ਆਪਣਾ ਸੱਜੋ ਨੇ ਯਾਰ ਹੈ, ਆਪਾਂ ਉਹਨੂੰ ਨੁਕਾਲ ਕਰਨਾ ਤੇ ਉਹਦੇ ਤੈਨੂੰ ਖਲਾ ਦੇਣਾ। ਉਸ ਮੁੜ ਮੈਂ ਇੱਦੇ ਖਲਾਇਆ ਸਾਹਿਬ ਮਹਿਬੂਬ ਸਾਹਿਬ ਕੋਲੋਂ, ਮੈਂ ਇੱਥੇ ਕਿਰਲੂ ਸਾਹਿਬ ਦੇ ਥਰੂ ਆਇਆ। ਕਿੰਨਾ ਅਰਸਾ ਪਹਿਲੇ? ਮੈਂ ਤਕਰੀਬਨ 2 ਸਾਲ ਨੂੰ ਪੈਰ ਗੱਤੀ ਖਾਣਾ ਜੀ। ਅੱਛਾ, ਤੀਸਰੇ ਨੂੰ ਬਲਕਿ ਤੀਸਰੇ ਨੂੰ, ਸੌਰੀ ਜੀ, ਸਾਲ ਦਾ ਸਿਰ ਚਾਹੂਗਾ ਤੇ
ਬਾਕੀ ਤੁਹਾਡੀਆਂ ਮੁਹੱਬਤਾਂ ਨਾਲ ਉਸਤਾਦਾਂ ਦੀਆਂ ਮਿਹਨਤਾਂ ਨਾਲ ਜੀ ਕੁਝ ਉਸਤਾਦ ਕਿਰਲੂ ਸਾਹਿਬ ਮੇਰੇ ਤੇ ਮਿਹਨਤ ਕੀਤੀ ਬੜੀ ਬੜੀ ਠੀਕ ਹੈ ਜੀ। ਉਸ ਤੋਂ ਬਾਅਦ ਉਸਤਾਦ ਮਹਿਬੂਬ ਸਾਹਿਬ, ਉਸ ਤੋਂ ਬਾਅਦ ਮੇਰੇ ਉਸਤਾਦ ਤਾਰਿਕ ਸਾਹਿਬ, ਉਹ ਵੀ ਸਾਹਿਬ ਮਿਹਨਤ ਕਰ ਰਹੇ ਨੇ। ਵਿੱਚ ਖੱਲਾ ਪੌਲਾ ਵੀ ਜਾਰੀ ਰਹਿੰਦਾ ਹੈ। ਉਹ ਤਾਂ ਮੁੜ ਸਿੱਖਣ ਵਾਸਤੇ ਵਿੱਚ ਹੁੰਦਾ ਹੀ ਹੈ ਨਾ, ਹਰ ਫੀਲਡ 'ਚ ਹੀ ਹੁੰਦਾ ਹੈ। ਬਾਕੀ ਤੁਹਾਡੀ ਮੁਹੱਬਤਾਂ ਨਾਲ ਗੱਡੀ ਅਸੀਂ ਰੇੜੀ ਖਲੇ ਆ ਤੇ ਅੱਲਾ ਸਾਡੀ ਐਵੇਂ ਰੇੜੀ ਰੱਖੇ। ਅੱਲਾਹ ਪਾਕ ਮਿਹਰਬਾਨੀ। ਤੁਹਾਡੇ ਸਾਥ ਤਾਰਿਕ ਸਾਹਿਬ ਵੀ ਸਮਾਈਲ ਪਾਸ ਕਰ ਰਹੇ ਨੇ ਕਿ ਮੇਰਾ ਇੱਕ ਯਾਰ ਹੈ ਬਚਪਨ ਦਾ, ਉਹਦੀ ਇੱਕ ਮਸ਼ਹੂਰ ਗੱਲ ਬੜੀ ਹੈ। ਮੇਰਾ ਸਟੇਟਸ ਹੈ ਨਾ ਜਿਹੜਾ ਹੋਰੀ ਸਾਹਿਬ ਦਾ, ਤੁਹਾਡਾ ਸਟੇਟਸ ਹੋਰੀ ਸਾਹਿਬ ਦਾ। ਬਾਕੀ ਤੁਹਾਡੀ ਮੁਹੱਬਤਾਂ ਨਾਲ ਮੇਰਾ ਐਵੇਂ ਸਮਝੋ ਸਾਥ ਦੇ ਮੋਹਤਰਮ ਹੈ ਭਾਈ ਰਮਜ਼ੀ ਸਾਹਿਬ, ਅੱਲਾਹ ਪਾਕ ਇਹਨਾਂ ਦੀ ਲੰਮੀ ਜ਼ਿੰਦਗੀ ਕਰੇ। ਇਹਦਾ ਨਾਂ ਤੇ ਸਾਨੂੰ ਫਖਰ ਹੈ ਜੀ। ਅੱਲਾਹ ਪਾਕ ਕਹਿੰਦੀ ਐਡੀ ਕ ਲੰਮੀ ਜ਼ਿੰਦਗੀ ਕਰੇ ਨਾ, ਮਗਰ ਅਸੀਂ ਵੀ ਟੁਰੇ ਬਸ ਖੈਰ ਜਾ ਯਾਰ, ਇੰਨੀ ਵੀ ਲੰਮੀ ਜ਼ਿੰਦਗੀ ਨਾ ਕਰੇ ਵੀ ਸਾਰੀ ਦੁਨੀਆ ਮਰ ਜਾਵੇ, ਮੈਂ ਇਕੱਲਾ ਫਿਰਦਾ ਹਾਂ। ਕੋਈ ਗੱਲ ਨਹੀਂ, ਪੂਰੀ ਦੁਨੀਆ ਤੇ ਰਾਜ ਕਰੇ। ਰਾਜ ਕੇ ਦਾ ਕਰਨਾ ਵੀ ਮੈਂ ਸਾਰੀ ਜ਼ਮੀਨ ਉੱਤੇ ਇਕੱਲਾ ਹੀ ਮੈਂ ਹੀ ਫਿਰਦਾ ਉਸ ਸਮੇਂ, ਹੋਰ ਨਾ ਹੋ ਕਿਸੇ ਬੁਲਾਉਣਾ ਨਿਕਲਣਾ ਮੂੰਹ ਜਾ ਕੇ ਘੁੰਮਦਾ। ਨਹੀਂ ਭਾਈ ਐਡੀ ਲੰਮੀ ਜ਼ਿੰਦਗੀ ਨਾ ਕਰੇ, ਪਰ ਜਿੰਨੀ ਵੀ ਅੱਲਾਹ ਪਾਕ ਜ਼ਿੰਦਗੀ ਕਰੇ ਕਿ ਵੀ ਇਹਦੇ ਵਿੱਚ ਸਿਹਤ ਵਾਲੀ ਜ਼ਿੰਦਗੀ, ਸਿਹਤ ਵਾਲੀ ਬਰਕਤ ਵਾਲੀ। ਅੱਲਾਹ ਪਾਕ ਮੇਰੇ ਭਰਾ ਨੂੰ ਦੁੱਖ ਤਕਲੀਫ ਤੋਂ ਦੂਰ ਰੱਖੇ। ਹਾਂਜੀ, ਇਹਦੀ ਇੱਜ਼ਤ ਤਾਂ ਸਾਡੀ ਆਪੇ ਸਾਰਿਆਂ ਦੀ ਇੱਜ਼ਤ ਤੁਹਾਡੀ ਸਾਡੇ ਨਾਲ ਹੈ ਜਨਾਬ, ਬਰਾਬਰ। ਇਹ ਨਹੀਂ ਕਿ ਮੇਰੀ ਇਕੱਲੇ ਦੀ ਇੱਜ਼ਤ ਹੈ, ਜਿਹੜੇ ਲੋਕ ਸਾਡੇ ਨਾਲ ਪਿਆਰ ਕਰਦੇ ਨੇ ਤੁਹਾਡੇ ਨਾਲ ਵੀ ਉਨਾ ਹੀ ਪਿਆਰ ਕਰਦੇ। ਹਾਂਜੀ, ਆਪਾਂ ਇੱਕ ਫੈਮਿਲੀ ਦੀ ਤਰ੍ਹਾਂ ਹਾਂ, ਫੈਮਿਲੀ ਦੀ ਤਰ੍ਹਾਂ ਰਹਿੰਦੇ ਆ, ਫੈਮਿਲੀ ਤਰ੍ਹਾਂ ਜਿਹੜਾ ਹੈ ਆਪਣਾ ਪਿਆਰ ਮੁਹੱਬਤ ਹੈ। ਤੇ ਲੋਕ ਵੀ ਸਾਡੇ ਨਾਲ ਮੁਹੱਬਤ ਇੰਜ ਹੀ ਕਰਦੇ ਨੇ ਜਿਸ ਤਰੀਕੇ ਪੂਰੀ ਫੈਮਿਲੀ ਨਾਲ ਕੀਤੀ ਜਾਂਦੀ ਬਰਾਬਰ। ਇਹ ਨਹੀਂ ਕਿ ਵੀ ਮੇਰੇ ਨਾਲ ਮੁਹੱਬਤ ਜ਼ਿਆਦਾ ਕਰਦੇ ਨੇ ਤੁਹਾਡੇ ਨਾਲ ਘੱਟ ਕਰਦੇ ਨੇ, ਸਾਰਿਆਂ ਨਾਲ ਬਰਾਬਰ ਮੁਹੱਬਤ ਹੈ ਔਰ ਲੋਕਾਂ ਦਾ ਪਿਆਰ ਹੈ। ਔਰ ਇਹ ਜਿਤਨੇ ਕਿ ਵੀ ਸਾਡੇ ਪਾਕਿਸਤਾਨੀ ਹਨ, ਪਾਕਿਸਤਾਨ ਤੋਂ ਬਾਹਰ ਹਨ, ਜਿਹੜੇ ਪਰਦੇਸੀ ਸਾਡੇ ਭਰਾ ਤੇ ਜਿਹੜੇ ਪਾਕਿਸਤਾਨ ਦੇ ਵਿੱਚ ਵੀ ਮੌਜੂਦ ਸਾਡੇ ਨਾਲ ਮੁਹੱਬਤ ਰੱਖਦੇ ਨੇ, ਤੇ ਅਸੀਂ ਵੀ ਉਹਨਾਂ ਨਾਲ ਦਿਲੀ ਤੌਰ ਤੇ ਮੁਹੱਬਤ ਰੱਖਣੇ ਆ ਬਿਲਕੁਲ। ਤੇ ਔਰ ਹਮੇਸ਼ਾ ਰੱਖਦੇ ਰਵਾਂਗੇ ਆਪਣੇ ਪਿਆਰੇ ਵਤਨ ਦੇ ਨਾਲ ਔਰ ਵਤਨ ਦੇ ਲੋਕਾਂ ਨਾਲ। ਤੇ ਸਾਡੀ ਗੁਜ਼ਾਰਿਸ਼ ਇਹ ਹੈ ਕਿ ਵੀ ਨਾ ਸਾਰੇ ਜਿਹੜੇ ਨਾ ਸਾਡੇ ਵਾਸਤੇ ਦੁਆ ਕੀਤੀ ਰੱਖੀ ਕੀਤੀ ਕਰੋ ਵੀ ਅੱਲਾਹ ਪਾਕ ਸਾਨੂੰ ਸਿਹਤ और तंदुरुस्ती अता कीती रखे, क्योंकि तंदुरुस्ती हज़ार नेमत है। अगर तंदुरुस्ती है तो फिर ਜਿਹੜਾ ਹੈ ਨਾ ਜਾਨ तो जहान है। ਹਾਂਜੀ, ਫਿਰ ਜਿਹੜਾ ਹੈ ਨਾ ਸਾਰੇ ਨਿਜ਼ਾਮ ਸਹੀ ਹੈ। ਤੰਦਰੁਸਤੀ ਜਦੋਂ ਨਾ ਰਵੇ ਨਾ ਜੀ, ਫਿਰ ਉਹ ਤਾਂ ਬਸ ਬੋਡੀ ਲੈਂਗੁਏਜ ਹੀ ਖਰਾਬ ਹੋ ਜਾਂਦੀ, ਜਿਵੇਂ ਹੁਣ ਕੱਲ ਦੀ ਮੇਰੀ ਹੋਈ ਲੋਕੋ ਨੇ ਤੁਹਾਡੀ ਮਤਬੀਅਤ ਦੇ ਨਾਲ ਸਹੀ ਤਾਂ ਬਾਕੀ ਅੱਲਾਹ ਪਾਕ ਸ਼ਫਾ ਦੇ ਜੀ। ਰਮਜ਼ੀ ਭਾਈ ਤੁਸੀਂ ਇਸ ਤੁਹਾਡੇ ਮੁੱਛਾਂ ਦਾ ਜਿਹੜਾ ਸਟਾਈਲ ਹੁੰਦਾ ਹੈ ਇਸ ਤਰ੍ਹਾਂ ਕਰਕੇ ਜਿਹੜਾ ਉਲਟਾ ਜਿਹਾ, ਇਹ ਕਿਸ ਨੇ ਰੱਖਿਆ ਸੀ? ਇਹ ਨਾ ਜੀ ਮੈਂ ਜਦੋਂ ਸਟੇਟ ਡਰਾਮੇ 'ਚ ਕੰਮ ਕਰਦਾ ਸੀ, ਇਹ ਮਸਤਾਨਾ ਸਾਹਿਬ ਦਾ ਸਟਾਈਲ ਸੀ। ਅੱਲਾਹ ਬਖਸ਼ੇ, ਅੱਲਾਹ ਪਾਕ ਉਹਨਾਂ ਨੂੰ ਜੰਨਤਾਂ 'ਚ ਘਰ ਦੇਵੇ। ਇਹ ਉਹਨਾਂ ਦਾ ਸਟਾਈਲ ਸੀ ਇਸ ਤਰੀਕੇ ਨਾਲ ਮੁੱਛਾਂ ਬਣਾਉਣੀ, ਕਿਉਂਕਿ ਮੇਰੀ ਸ਼ਕਲ ਵੀ ਬਸ ਉਵੇਂ ਦੀ ਸੀ। ਇਸ ਵਾਸਤੇ ਫਿਰ ਉਹਨਾਂ ਨੂੰ ਕਾਪੀ ਕੀਤਾ ਮੈਂ ਉਸ ਦੌਰ ਦੇ ਵਿੱਚ ਜਦੋਂ ਉੱਥੇ ਸਟੇਟ ਡਰਾਮੇ 'ਚ ਕੰਮ ਕਰਦਾ ਸੀ। ਤੇ ਫਿਰ ਇੱਥੇ ਜਦੋਂ YouTube ਤੇ ਆਇਆ ਤੇ ਉਦੋਂ ਵੀ ਫਿਰ ਮੈਂ ਨਾ ਇੱਕ ਦਿਨ ਮੇਰੇ ਜ਼ਿਹਨ 'ਚ ਆਈਡੀਆ ਆਇਆ ਵੀ ਨਾ ਮਸਤਾਨਾ ਸਾਹਿਬ ਵਾਲੀਆਂ ਮੁੱਛਾਂ ਜਿਹੜੀਆਂ ਨੇ ਉਹ ਮੈਂ ਬਣਾਵਾਂ, ਮੇਰੀ ਲੋਕ ਨਿਕਲ ਆਵੇਗੀ। ਉਹ ਫਿਰ ਐਵੇਂ ਹੀ ਹੋਇਆ ਵੀ ਉਵੇਂ ਮੁੱਛਾਂ ਬਣਾਈਆਂ ਤੇ ਲੋਕ ਨਿਕਲ ਆਏ। ਇਹ ਪਹਿਲੇ ਮੇਰੀ ਜਿਹੜੀ ਸ਼ੁਰੂ ਸਟਾਰਟਿੰਗ ਦੀ ਵੀਡੀਓਜ਼ ਮੇਰੀ ਆਣ ਉਹਨਾਂ ਦੇ ਵਿੱਚ ਉਹ ਇਹ ਪੈਨਸਲ ਵਾਲੀ ਮੁੱਛਾਂ ਨਹੀਂ ਆ ਤੇ ਉਹ ਫਿਰ ਬਾਅਦ ਜੀ ਮੇਰੇ ਜ਼ਿਹਨ 'ਚ ਆਈਡੀਆ ਆਇਆ ਤੇ ਮੈਂ ਜੀ ਇਹ ਮੁੱਛਾਂ ਬਣਾਈਆਂ। ਮਲਕ ਸਾਹਿਬ ਨੇ ਮੈਨੂੰ ਆਖਿਆ ਕਿ ਬਈ ਨਾ ਇਹ ਮੁੱਛਾਂ ਵਾਲਾ ਤੇਰਾ ਸਟਾਈਲ ਬਹੁਤ ਜ਼ਿਆਦਾ ਅੱਛਾ ਹੈ ਔਰ ਇਨਸ਼ਾਅੱਲਾ ਆਉਣ ਵਾਲੇ ਵਕਤ ਦੇ ਵਿੱਚ ਫੇਮਸ ਹੋ ਜਾਏਗਾ। ਔਰ ਅਲਹਮਦੁਲਿਲਾ ਜਿਹੜਾ ਹੈ ਨਾ ਜੀ ਇਹ ਸਟਾਈਲ ਮੇਰਾ ਜਿਹੜਾ ਹੁਣ ਮੁਨਫਰਦ ਸਟਾਈਲ ਹੈ, ਮਸ਼ਹੂਰ ਹੈ ਸਟਾਈਲ ਮੁਨਫਰਦ ਹੈ। ਹਾਂ ਹੁਣ ਤਾਂ ਮੁਨਫਰਦ ਹੀ ਹੈ ਕਿਉਂਕਿ ਹੁਣ ਮਸਤਾਨਾ ਸਾਹਿਬ ਤਾਂ ਰਹੇ ਨੇ ਹੁਣ ਮੁਨਫਰਦ ਹੈ। ਅਗਰ ਵੇਖਿਆ ਜਾਵੇ ਤੇ ਮੈਂ ਮਸਤਾਨਾ ਸਾਹਿਬ ਦੀ ਯਾਨੀ ਕੋ ਕਾਪੀ ਕਰਦਾ ਪਿਆ ਮੁੱਛਾਂ ਲੋ ਤੇ ਬਾਕੀ ਮੇਰਾ ਆਪਣਾ ਜਿਹੜਾ ਸਪੀਚ ਬੋਲਣ ਦਾ ਸਟਾਈਲ ਹੈ ਜਿਹੜਾ ਉਹ ਮੇਰਾ ਅਲਹਮਦੁਲਿਲਾ ਮੈਂ ਜੋ ਕੁਝ ਵੀ ਕਰਦਾ ਪਿਆ ਹਾਂ ਇਹ ਮੈਂ ਜਿਤਨੇ ਵੀ ਸਾਡੇ ਵੱਡੇ ਆਰਟਿਸਟ ਹਨ, ਸੁਹੇਲ ਅਹਿਮਦ ਸਾਹਿਬ ਹੋ ਗਏ, ਜਵਾਦ ਵਸੀਮ ਸਾਹਿਬ ਹੋ ਗਏ, ਇਫਤਖਾਰ ਠਾਕਰ ਸਾਹਿਬ ਹੋ ਗਏ, ਇਹਨਾਂ ਲੋਕਾਂ ਨੂੰ ਵੇਖ ਕੇ ਔਰ ਇਹਨਾਂ ਨੂੰ ਸਿੱਖ ਕੇ ਹੀ ਕਰਦੇ ਪਏ ਹਾਂ। ਇਹਨਾਂ ਨੂੰ ਵੇਖ ਕੇ ਸਿੱਖਦੇ ਪਏ ਹਾਂ ਤੇ ਕਰਦੇ ਪਏ ਹਾਂ। ਇਹ ਨਹੀਂ ਕਿ ਬਈ ਬਾਕੀ ਸਾਡੇ ਉਸਤਾਦ ਮੋਹਤਰਮ ਜਨਾਬ ਮਲਿਕ ਮਹਿਬੂਬ ਸਾਹਿਬ ਜਿਹੜੇ ਡਾਇਰੈਕਟਰ ਸਾਹਿਬ ਸਾਡੇ ਹਨ, ਉਹ ਵਿਚਾਰੇ ਸਾਰੀ ਰਾਤ ਜਾਗਦੇ ਰਹਿੰਦੇ ਨੇ ਉੱਲੂ ਤਰ੍ਹਾਂ ਤੇ ਉਹ ਸਟੋਰੀਆਂ ਯਾਰਾਂ ਦੇ ਦੱਸਣ ਵਾਲੀ ਗੱਲ ਹੈ। ਨਹੀਂ ਤਾਂ ਇਹ ਗੱਲ ਨਹੀਂ ਆ ਮੇਲੀ ਮੁੜ ਕੈਮਰਾ ਦੇ ਕੋਲ ਸਿਰ ਸਾਰੀ ਦਿਹਾੜੀ ਹਾਂ ਸਾਰੀ ਦਿਹਾੜੀ ਜੀ ਸਾਰੀ ਰਾਤ ਜਾਗਦੇ ਨੇ। ਕਦੀ ਅਜ਼ਾਨਾਂ ਵੀ ਆਉਣ ਲੱਗ ਪੈਂਦੀਆਂ, ਉਹ ਸਟੋਰੀਆਂ ਤਿਆਰ ਕਰਦੇ ਨੇ, ਡਿਫਰੈਂਟ ਸਟੋਰੀਆਂ ਤਿਆਰ। ਫਿਰ ਹਟ ਕੇ ਸਵੇਰ ਸਾਰਾ ਦਿਨ ਉਹਨਾਂ ਸਾਡੇ ਨਾਲ ਵੀ ਸਿਰ ਖਪਾਣਾ। ਕਦੀ ਸੋਚਦੇ ਆ ਕਿ ਵੀ ਨਾ ਬੜੀ ਤਪੱਸਿਆ ਹੈ ਜੀ। ਮੈਂ ਤਾਂ ਰਾਤ ਨੂੰ 11-12 ਵਜੇ ਤੱਕ ਜਾਗ ਲਵਾਂਦਾ ਤੇ ਸਵੇਰ ਹੁਣ ਮੇਰੀ ਦਿਨ ਮੇਰੀ ਹਾਲਤ ਖਰਾਬ ਹੋ ਜਾਂਦੀ। ਮੈਂ ਤਾਂ ਰਾਤੀ ਉੱਥੋਂ ਸ਼ੂਟਿੰਗ ਖਤਮ ਕਰਕੇ ਆ ਕੇ ਤੇ ਖਰੋੜੀ ਵੀ ਨਹੀਂ ਛਕਦਾ ਤੇ ਆਉਂਦੇ ਜਿਹੜਾ ਨਾ ਖਾਬਾਂ 'ਚ ਪਹੁੰਚ ਜਾਈਦਾ ਲੰਮਿਆਂ ਤੱਕ। ਔਰ ਬੁੱਤਨਾ ਜੀ ਤੁਹਾਡਾ ਜਿਹੜਾ ਚਾਰਲੀ ਚਪੜਨ ਵਾਲਾ ਸਟਾਈਲ ਹੈ ਮੁੱਛਾਂ ਦਾ, ਹਾਂਜੀ ਇਹ ਤੁਸੀਂ ਖੁਦ ਰੱਖਿਆ ਹੈ ਜਾਂ ਕਿਸੇ ਸੀਨੀਅਰ ਨੇ? ਮਲਕ ਸਾਹਿਬ ਜੀ ਤੁਹਾਨੂੰ ਦੱਸ ਦੇਣਾ, ਜਦੋਂ ਮੈਂ ਇੱਥੇ ਆਇਆ ਨਾ ਜੀ
ਸਾਹ ਮਹਿਬੂਬ ਸਾਹਿਬ ਕੋਲ, ਉਦੋਂ ਮੇਰੀਆਂ ਪੂਰੀਆਂ ਮੁੱਛਾਂ ਪੂਰੀ ਬੋਲ ਮੈਂ, ਕਿਉਂਕਿ ਜਿਹੜੇ ਮੇਰੇ ਚ ਕੀੜਾ ਹੈ ਨਾ, ਯਾਨੀ ਕਿ ਐਕਟਿੰਗ ਵਾਲਾ, ਹਾਂਜੀ ਉਹ ਪਿਆ ਫਨੀ ਕਰੈਕਟਰ, ਜੀ ਜੀ ਠੀਕ ਹੈ ਨਾ, ਸੀਰੀਅਸ ਮੇਰੇ ਕੋਲ ਹੋਇਆ ਹੀ ਨਹੀਂ ਜਾਂਦਾ। ਉਸਤਾਦ ਮੈਨੂੰ ਆਖੇ ਬੇਟਾ ਤੂੰ ਸਾਰਾ ਫਨੀ ਕਰਨਾ ਤੇ ਲੋਕ ਤੇਰੀ ਫਨੀ ਲੋਕ ਵਾਲੀ ਨਹੀਂ ਹੈ। ਫਨੀ ਯਾਰ मैंने सोचा पोतरा तेरी अद्धी मुच्छां तो मैंने सिर चावना पंसी मैं को साजी टेंशन नहीं कोई नहीं अपन के टेंशन नहीं। हां जी मैं को उड़ा दियो जी, मैं सीधा हमाम ने सिर रख दिता, मैं करा के आया तो साहब बड़ा खुश हो सके बेटा तू जेड़ी मैं गल ਇਹ ਕੁਰਬਾਨੀ ਜਿਹੜੀ ਇਹਨੇ ਦਿੱਤੀ ਹੈ ਨਾ ਉਹ ਜ਼ਾਇਆ ਨਹੀਂ ਗਈ। बिल्कुल ਔਰ ਇਸ ਤੋਂ ਪਹਿਲੇ ਜਦੋਂ ਇਹਦੀਆਂ ਪੂਰੀਆਂ ਮੁੱਛਾਂ ਆਣ ਨਾ ਇਹਨੇ ਬੜਾ ਬਿਹਤਰੀਨ ਵੀ ਕੰਮ ਕੀਤਾ ਲੇਕਿਨ ਨਜ਼ਰ ਨਹੀਂ हां जाया जांदा है, ਹਾਂ ਨਜ਼ਰ ਨਹੀਂ ਆਇਆ नजर जांदा ਤੇ ਲੇਕਿਨ ਜੋ ਹੀ ਇਹਨੇ ਕਟਿੰਗ ਕਰਵਾਈ ਹੈ हां जी हां ਤੇ ਉਸ ਤੋਂ ਬਾਅਦ ਇਹਦੀ ਲੁੱਕ ਬਣ ਗਈ ਹੈ ਜੀ ਤੇ ਇੱਕ ਮੁਨਫਰਦ ਸਟਾਈਲ ਹਰ ਬੰਦਾ ਜਿਹੜਾ ਹੈ ਨਾ ਜਦ ਵੀ ਨਜ਼ਰ ਹੁੰਦਾ ਤਾਂ ਜੀ। ਜੇ ਉਹਦਾ ਕੋਈ ਡਿਫਰੈਂਟ ਸਟਾਈਲ ਪਹਿਚਾਣ ਬਣ ਜਾਂਦੀ ਉਹਦੀ। ਪਹਿਚਾਣ ਤਾਂ ਬਣ ਜਾਂਦੀ। ਔਰ ਬਹੁਤ ਅੱਛੀਆਂ ਤੁਹਾਡੇ ਨਾਲ ਗੱਲਾਂ ਹੋਈਆਂ ਔਰ ਤੁਸੀਂ ਆਪਣੇ ਯੰਗ ਜਨਰੇਸ਼ਨ ਵਾਸਤੇ ਪਾਕਿਸਤਾਨ ਦੀ ਜਿਹੜੀ ਨੌਜਵਾਨ ਨਸਲ ਹੈ हां हां ਉਹਦੇ ਵਾਸਤੇ ਕੋਈ ਅੱਛਾ ਜਿਹਾ ਪੈਗਾਮ ਸਾਡੇ ਮੁਲਕ ਵਾਸਤੇ ਕੋਈ ਦੇਣਾ ਚਾਹੋ ਤਾਂ? ਇਹ ਜਰਮ ਸਾਹਿਬ ਜੀ ਗੱਲ ਕਰ ਸਕਦੇ ਹਨ, ਸਾਡਾ ਤੰਗ ਹੈ ਜਿਹੜੀ ਇਹ ਸਾਡੀ ਆਉਣ ਵਾਲੀ ਯੰਗ ਜਨਰੇਸ਼ਨ ਹੈ ਨਾ ਜੀ, ਜੀ ਜੀ ਇਹ ਜਿਹੜੀ ਆਉਣ ਵਾਲੀ ਯੰਗ ਜਨਰੇਸ਼ਨ ਜਿਹੜੀ ਹਾਲੀ ਆਈ ਨਹੀਂ ਉਹਨਾਂ ਨੂੰ ਤਾਂ ਮੈਂ ਆਖਸਾਂ ਵੀ ਨਾ ਆਓ, हां जी ਇੱਥੋਂ ਦੇ ਹਾਲਾਤ ਠੀਕ ਨਹੀਂ ਨੇ। ਤੇ ਜਿਹੜੇ ਆ ਗਏ ਨੇ ਵਿਚਾਰੇ ਦੁਨੀਆ ਤੇ ਉਹ ਜਿਹੜੇ ਹਨ ਉਹਨਾਂ ਨੂੰ ਮੈਂ ਇਹ ਆਖਸਾਂ ਕਿ ਵੀ ਹਿੰਮਤ ਦਾ ਦਾਮਨ ਕਦੀ ਨਾ ਛੱਡਿਆ ਜੇ, ਜ਼ਿੰਦਗੀ ਦੇ ਵਿੱਚ ਮੰਜ਼ਿਲ ਕਦੀ ਨਾ ਕਦੀ ਮਿਲ ਹੀ ਜਾਂਦੀ ਤੇ ਆਦੀ ਮੰਜ਼ਿਲ ਤੇ ਫੋਕਸ ਕਰਕੇ ਆਪਣੇ ਸਫ਼ਰ ਨੂੰ ਜਾਰੀ ਰੱਖੋ। ਸਫ਼ਰ ਜਿਹੜਾ ਹੈ ਜਿੰਨਾ ਵੀ ਲੰਮਾ ਹੋਵੇ ਆਖਰ ਬੰਦਾ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ। ਲੇਕਿਨ ਦੁਆ ਇਹ ਰੱਖੋ ਅੱਲਾਹ ਪਾਕ ਅੱਗੋਂ ਕਿ ਜ਼ਿੰਦਗੀ ਹੈ ਬਸ਼ਰਤੇ ਇਹ ਜ਼ਿੰਦਗੀ, ਜੇ ਜ਼ਿੰਦਗੀ ਹੈ ਤੇ ਬੰਦਾ ਕਿਸੇ ਨਾ ਕਿਸੇ ਅੰਨੇ ਬੰਨੇ ਲੱਗ ਜਾਂਦਾ ਹੈ। ਜੇ ਟੁਰਿਆ ਰਹੇ ਤਾਂ ਚਲੇ तो कट ही जाएगा सफ़र आहिस्ता आहिस्ता। इसी तरीके यंग जनरेशन वास्ते यही है कि भी हंसते रहो, मुस्कुराते रहो और हमेशा दूसरे लोगों को भी हसाते रहो। तो इस तरीके का मिशन रखो। लड़ाई झगड़ा जिहड़ा अजकल चलता पिया टिकटॉक ते कि भी वो बदमाशी वाला तेरी मैं आई तो कि ये वो, ये बहुत बुरा है। ये साडा कल्चर नहीं, साडा जिहड़ा आपां मुसलमान है एज ए मुसलमान साडा कल्चर नहीं जी यानी कि बदमाशी ते तकबर ते गरूर ये चीज़ नहीं। आजिज़ी अल्लाह पाक नूं पसंद है, आजिज़ी दे विच रहो, अल्लाह पाक नाल प्यार करो, अल्लाह दे बंदियां नाल प्यार करो। यही बस निक्का मोटा पैगाम है जी। बाकी जे किसी दी समझ च आ जावे ते भी ठीक है, ते जे किसी दी समझ च ना आवे, किसी नूं बुरा लगे तो तां भी कोई मसला नहीं, क्योंकि साडी तां सोच यही है भी लोगां नाल भी प्यार करो, अल्लाह पाक नाल प्यार करो, अल्लाह दे बंदियां नाल प्यार करो। जी बहुत प्यारा पैगाम है। तो नाजरीन रमज़ी भाई की तरफ से यंग जनरेशन के लिए उन्होंने एक एडवाइस की है कि अपना एक तो सबसे नंबर 1 पे है सेहत, अपने वालिदैन की दुआएं लें हाँ और उनकी खिदमत करें और इसके साथ साथ जो है ना अपनी खुराक का भी ख्याल रखें, ना हद से ज़्यादा खाएं और जो भी सेहत के उसूल हैं उसके मुताबिक अपने डाइट को रखें। और दूसरी बात यह है कि जो भी आपका काम है या मकसद है, आप जिस भी फील्ड में हैं, चाहे आप कोई स्टूडेंट हैं, आप पढ़ाई कर रहे हैं या आप कोई जॉब कर रहे हैं या कोई बिज़नेस कर रहे हैं, जो भी आप काम कर रहे हैं या उनकी तरह एक्टिंग कर रहे हैं, तो अपने काम पे फोकस रखें। जिस तरह की जो ट्रेन है वो अपने एक पॉइंट ए से पॉइंट बी की तरफ से जाना होता है, तो रास्ते में लहलहाते खेत भी आते हैं और पहाड़ भी आते हैं, मुख्तलिफ जगह आती हैं, लेकिन वो रुकती नहीं है और वो अपने मंजिल की तरफ चलती रहती है। और अपने काम पे फोकस रखें तो अल्लाह ताला आप मदद करते हैं, एक ना एक दिन इंसान अपनी मंजिल पे पहुंच जाता है। बहुत बहुत शुक्रिया जनाब। सर ताबेदार बड़ी मेहरबानी ਜਿਹੜਾ ਤੁਸੀਂ ਵੈਂਡ ਅਪ ਕਰਾਂਦੇ ਪਰ ਸਾਡੀ ਬੈਠਕ ਦਾ ਬੂਹਾ ਖੜਕਦਾ ਖਾਲਾ। बहुत बहुत शुक्रिया, थैंक यू वेरी मच, शुक्रिया सर। अल्लाह हाफिज़।